TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਬੀਬੀ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਦੇ ਹੁਕਮ ਅਤੇ ਅਲਟੀਮੇਟਮ, ਵੱਡੇ ਘੁਟਾਲੇ ਦਾ ਪਰਦਾਫਾਸ਼। ਕੈਪਟਨ ਵੱਲੋਂ ਸ਼ੁਰੂ ਕੀਤੀ ਗਈ 5 ਮਰਲੇ ਜ਼ਮੀਨ ਦੇਣ ਦੀ ਸਕੀਮ ਵਿੱਚੋਂ ਬਹੁਤੇ ਨਿਕਲੇ ਕੇਸ ਫਰਜੀ। ਵਿੱਕੀ ਮਿੱਡੂ ਖੇੜਾ ਦੇ ਕਤਲ ਦੀਆਂ ਖੁੱਲ੍ਹੀਆਂ ਪਰਤਾਂ। ਪਟਿਆਲਾ ਹਿੰਸਾ ਵਿੱਚ ਭਾਜਪਾ ਦੇ 2 ਕਾਰਕੁਨ ਨਾਮਜ਼ਦ। ਕੈਪਟਨ ਵੱਲੋਂ ਭਾਜਪਾ ਨਾਲ ਰਲ ਕੇ ਚੋਣਾਂ ਲੜਨ ਦਾ ਐਲਾਨ। ਡਰੱਗ ਮਾਮਲੇ ਵਿੱਚ ਪੁਲਿਸ ਨੇ ਸਾਬਕਾ DIG ਜਾਖੜ ਤੇ ਸੱਗੂ ਖਿਲਾਫ ਕੇਸ ਕੀਤਾ ਦਰਜ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਕੁਝ ਕੁ ਬੇਨਤੀਆਂ ਨੇ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਿਨ੍ਹਾਂ ਦੇ ਵਿੱਚ ਇੰਸਟਾ ਪੇਜ ਹੈ ਆਪਣਾ TVN ਮੀਡੀਆ, ਫੇਸਬੁੱਕ ਪੇਜ TVN ਕੈਨੇਡਾ, ਟਵਿੱਟਰ TVN ਕੈਨੇਡਾ। ਕਿਰਪਾ ਕਰਕੇ ਜੇਕਰ ਹਾਲੇ ਤੱਕ ਤੁਸੀਂ ਇਹਨਾਂ ਨੂੰ ਲਾਈਕ ਜਾਂ ਫੋਲੋ ਨਹੀਂ ਕੀਤਾ ਕਰ ਲੈਣਾ, ਕਿਉਂਕਿ ਬਹੁਤ ਸਾਰੀਆਂ ਜਾਣਕਾਰੀਆਂ ਖਬਰਾਂ ਉੱਥੇ ਵੀ ਤੁਹਾਨੂੰ ਮਿਲ ਸਕਦੀਆਂ ਨੇ। ਤੇ ਆਪਣਾ ਅੱਜ ਦਾ ਇਹ ਪ੍ਰੋਗਰਾਮ ਪਹਿਲਾਂ ਵੇਖ ਲੈਣਾ, ਜੇ ਚੰਗਾ ਲੱਗਿਆ ਫਿਰ ਲਾਈਕ ਕਰ ਦੇਣਾ, ਫਿਰ ਸ਼ੇਅਰ ਕਰ ਦੇਣਾ। ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਦੇ ਹਾਂ। ਤੁਹਾਨੂੰ ਪਤਾ ਕਿ ਸਰਕਾਰ ਬਦਲ ਚੁੱਕੀ ਹੈ। ਸਰਕਾਰ ਨੇ ਪਹਿਲਾਂ ਵੀ ਕਈ ਸਾਬਕਾ ਮੰਤਰੀ ਨੂੰ ਆਖਿਆ ਕਿ ਭਾਈ ਕੋਠੀ ਵੀ ਛੱਡ ਜਾਓ ਤੇ ਨਾਲ ਕਾਰ ਵੀ ਮੋੜ ਜਾਓ, ਤੇ ਉਹਨਾਂ ਦੇ ਵਿੱਚ ਨਾਮ ਜੁੜ ਗਿਆ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ। ਪੰਜਾਬ ਸਰਕਾਰ ਦੇ ਵੱਲੋਂ ਬੀਬੀ ਰਾਜਿੰਦਰ ਕੌਰ ਭੱਠਲ ਨੂੰ 5 ਮਈ ਤੱਕ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ। ਬੀਬੀ ਭੱਠਲ ਦੇ ਕੋਲ ਸਰਕਾਰੀ ਕੋਠੀ ਖਾਲੀ ਕਰਨ ਲਈ ਸਿਰਫ 2 ਦਿਨ ਦਾ ਸਮਾਂ ਹੋਰ ਬਚਿਆ ਹੈ ਤੇ ਨਾਲ ਦੱਸਿਆ ਗਿਆ ਹੈ ਕਿ ਜੇਕਰ ਇਹਨਾਂ 2 ਦਿਨਾਂ ਦੇ ਅੰਦਰ ਅੰਦਰ ਤੁਸੀਂ ਕੋਠੀ ਖਾਲੀ ਨਾ ਕੀਤੀ ਤਾਂ ਤੁਹਾਨੂੰ ਮਾਰਕੀਟ ਦਾ ਜਿਹੜਾ ਕਿਰਾਇਆ ਹੈ ਉਹਦੇ ਨਾਲ 126% ਜੁਰਮਾਨਾ ਵੀ ਅਦਾ ਕਰਨਾ ਪਏਗਾ। ਤੇ ਬੀਬੀ ਭੱਠਲ ਨੂੰ ਚੰਡੀਗੜ੍ਹ ਦੇ ਪ੍ਰਾਈਮ ਸੈਕਟਰ 2 ਦੇ ਵਿੱਚ ਇਹ ਕੋਠੀ ਅਲਾਟ ਕੀਤੀ ਹੋਈ ਹੈ ਅਤੇ ਇਹ ਉਹਨਾਂ ਕੋਠੀਆਂ 'ਚੋਂ ਇੱਕ ਕੋਠੀ ਹੈ ਜਿਹੜੀ ਕੈਬਨਿਟ ਮੰਤਰੀਆਂ ਦੇ ਵਾਸਤੇ ਰਾਖਵੀਂ ਹੋਇਆ ਕਰਦੀ ਹੈ। ਦੱਸਣਾ ਬਣਦਾ ਕਿ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਵੀ ਮਿਲੀ ਹੋਈ ਹੈ। ਕੋਠੀ ਮਿਲਣ ਦੇ ਨਾਲ ਬਿਜਲੀ ਅਤੇ ਪਾਣੀ ਦੀ ਵੀ ਮੁਫਤ ਸਹੂਲਤ ਮਿਲ ਰਹੀ ਹੈ। ਪਰ ਪੰਜਾਬ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਕੈਬਨਿਟ ਰੈਂਕਾਂ ਦੇ ਅਹੁਦੇਦਾਰਾਂ ਨੂੰ ਮਿਲਣ ਵਾਲੀ ਕੋਠੀ ਵਿੱਚ ਆਉਣ ਵਾਲੇ ਬਿਜਲੀ ਅਤੇ ਪਾਣੀ ਦੇ ਬਿੱਲ ਦੀ ਅਦਾਇਗੀ ਪੰਜਾਬ ਸਰਕਾਰ ਕਰਦੀ ਹੈ। PWD ਵਿਭਾਗ ਦੇ ਵੱਲੋਂ ਕੀਤੀ ਜਾਂਦੀ ਹੈ। ਪਰ ਹੁਣ ਬੀਬੀ ਜੀ ਕੈਬਨਿਟ ਰੈਂਕ 'ਚ ਨਹੀਂ ਆਉਂਦੇ। ਹੁਣ ਤੁਸੀਂ ਦੇਖੋ ਕਿ ਉਂਗਲਾਂ ਤਾਂ ਜਿੰਨੀਆਂ ਮਰਜ਼ੀ ਚੁੱਕ ਲਓ, ਜਿਹੜੀ ਮਰਜ਼ੀ ਪਾਰਟੀ ਤੇ ਜਿਹੜੀ ਮਰਜ਼ੀ ਸਰਕਾਰ ਤੇ ਚੁੱਕ ਲਓ, ਪਰ ਉਂਗਲ ਚੁੱਕਣ ਤੋਂ ਪਹਿਲਾਂ ਆਪਣਾ ਤਾਂ ਦਾਮਨ ਸਾਫ਼ ਰੱਖੋ। ਤੁਹਾਨੂੰ ਤਾਂ ਕਹਿ ਕੇ ਅਲਟੀਮੇਟਮ ਦੇ ਕੇ ਕੋਠੀਆਂ ਛਡਾਉਣੀਆਂ ਪੈਂਦੀਆਂ ਨੇ। ਤੁਹਾਨੂੰ ਕਹਿਣਾ ਪੈਂਦਾ ਕਿ ਜੀ ਆਹ ਕਾਰ ਵੀ, ਆਹ ਇਨੋਵਾ ਵੀ, ਇਹ ਵੀ ਵਾਪਸ ਕਰ ਦਿਓ। ਹੁਣ ਵੇਖ ਲਓ ਕਿ ਬੀਬੀ ਭੱਠਲ ਕੋਲ ਰਹਿਣ ਵਾਸਤੇ ਕਿਹੜਾ ਰਹਿਣ ਬਸੇਰਾ ਹੈ ਨਹੀਂ, ਪਰ ਇਹ ਜਿਹੜੀਆਂ ਨੀਅਤਾਂ ਨੇ ਉਹ ਕਿਤੇ ਨਾ ਕਿਤੇ ਜਾਗਰ ਹੁੰਦੀਆਂ ਨੇ, ਜ਼ਾਹਰ ਹੁੰਦੀਆਂ ਨੇ ਕਿ ਸਰਕਾਰਾਂ ਨੂੰ ਨੋਟਿਸ ਕੱਢਣੇ ਪੈਂਦੇ ਆ। ਅਗਲੀ ਜਿਹੜੀ ਖਬਰ ਹੈ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਨਾਲ ਸੰਬੰਧਿਤ ਖਬਰ ਹੈ। ਵਿੱਕੀ ਮਿੱਡੂ ਖੇੜਾ ਦਾ ਕਤਲ ਹੋ ਗਿਆ ਸੀ, ਤੁਹਾਨੂੰ ਯਾਦ ਹੋਣਾ। ਉਸ ਮਾਮਲੇ ਦੇ ਵਿੱਚ ਪੁੱਛਗਿੱਛ ਲਗਾਤਾਰ ਕੀਤੀ ਜਾ ਰਹੀ ਹੈ ਤੇ ਮੋਹਾਲੀ ਪੁਲਿਸ ਨੇ ਇੱਕ ਵਾਰ ਫੇਰ ਇਸ ਮਾਮਲੇ ਦੇ ਵਿੱਚ ਕੁਝ ਕਦਮ ਹੋਰ ਅੱਗੇ ਵਧਾਏ ਨੇ ਤੇ ਕੁਝ ਨਵੇਂ ਖੁਲਾਸੇ ਹੋਏ ਨੇ। ਇਹਦੇ ਵਿੱਚ ਗੈਂਗਸਟਰ ਅਮਿਤ ਡਾਗਰ ਅਤੇ ਭੂਪੀ ਰਾਏ ਨੂੰ ਪ੍ਰੋਡਕਸ਼ਨ ਵਾਰੰਟ ਤੇ ਮੋਹਾਲੀ ਲਿਆਂਦਾ ਗਿਆ। ਕਾਤਲਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਯੂਥ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਉਰਫ ਮਿੱਡੂ ਖੇੜਾ ਦਾ ਕਤਲ ਅਮਿਤ ਡਾਗਰ ਅਤੇ ਭੂਪੀ ਰਾਣਾ ਦੇ ਇਸ਼ਾਰੇ ਤੇ ਕੀਤਾ ਸੀ। ਵਿੱਕੀ ਦਾ ਕਤਲ 7 ਅਗਸਤ ਦੇ 2021 ਨੂੰ ਸੈਕਟਰ 71 ਦੇ ਵਿੱਚ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਪੁਲਿਸ ਨੇ FIR ਵਿੱਚ ਦੋਵਾਂ ਗੈਂਗਸਟਰ ਅਮਿਤ ਡਾਗਰ ਅਤੇ ਭੂਪੀ ਰਾਏ ਨੂੰ ਨਾਮਜ਼ਦ ਕੀਤਾ ਹੋਇਆ ਹੈ, ਜੋ ਪੁਲਿਸ ਰਿਮਾਂਡ ਤੇ ਨੇ। ਇਹ ਦੂਜੀ ਵਾਰ ਹੈ ਜਦੋਂ ਪੁਲਿਸ ਅਮਿਤ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਈ ਹੋਵੇ। ਪਿਛਲੀ ਵਾਰ ਉਹਨੂੰ ਅਕਤੂਬਰ ਦੇ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਸੀ, ਜਦੋਂ ਕਿ ਗੈਂਗਸਟਰ ਭੂਪੀ ਰਾਣਾ ਨੂੰ ਪਹਿਲੀ ਵਾਰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ। ਅਮਿਤ ਡਾਗਰ ਦੱਸਣਾ ਬਣਦਾ ਕਿ ਬਠਿੰਡਾ ਜੇਲ੍ਹ 'ਚ ਬੰਦ ਸੀ, ਜਦੋਂ ਕਿ ਰਾਣਾ ਕਰਨਾਲ ਜੇਲ੍ਹ ਦੇ ਵਿੱਚ। ਹੁਣ ਜਾਣਕਾਰੀ ਜਿਹੜੀ ਮਿਲ ਰਹੀ ਹੈ ਉਹਦੇ ਅਨੁਸਾਰ ਰਿਮਾਂਡ ਤੇ ਚੱਲ ਰਹੇ ਤਿੰਨੋਂ ਸ਼ਾਰਪ ਸ਼ੂਟਰਾਂ ਨੇ ਕਬੂਲ ਕੀਤਾ ਹੈ
कि डागर ने उन्होंने गैंगस्टर लक्की पड़ियाल जो इस समय अरमेनिया की जेल੍ਹ ਦੇ ਵਿੱਚ ਬੰਦ ਹੈ ਉਹਦੇ ਨਿਰਦੇਸ਼ਾਂ ਦੇ ਉੱਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਆ ਸਾਰਾ ਕੁਝ ਜੋ ਕੁਝ ਘਟਿਆ ਜੋ ਕੁਝ ਵਾਪਰਿਆ ਉਹਦੇ ਅਧੀਨ ਵਾਪਰਿਆ। ਡਾਗਰ ਨੇ ਅਰਮੀਨੀਆ ਦੇ ਵਿੱਚ ਬੈਠੇ ਗੈਂਗਸਟਰ ਗੌਰਵ ਪਟਿਆਲ ਤੋਂ ਟਿਪਸ ਮਿਲਣ ਦੇ ਬਾਅਦ ਮੋਹਾਲੀ ਦੇ ਵਿੱਚ ਵਿੱਕੀ ਤੇ ਹਮਲਾ ਕਰਨ ਵਾਲੇ ਸ਼ਾਰਪ ਸ਼ੂਟਰਾਂ ਦੇ ਨਾਲ ਸੰਪਰਕ ਕੀਤਾ ਸੀ। ਐਸਐਸਪੀ ਮੋਹਾਲੀ ਨੇ ਦੱਸਿਆ ਕਿ ਦੋਵਾਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵੰਡ ਤੇ ਲਿਆਂਦਿਆ ਗਿਆ ਅਤੇ ਕਤਲ ਦੇ ਮਕਸਦ ਬਾਰੇ ਉਹਨਾਂ ਕੋਲੋਂ ਜਾਣਨ ਦੇ ਲਈ ਪੁੱਛਗਿੱਛ ਕੀਤੀ ਗਈ ਕਿ ਕਿਉਂ ਕਤਲ ਕੀਤਾ ਗਿਆ। ਤੇ ਦੂਸਰੇ ਪਾਸੇ ਖਬਰ ਇਹ ਵੀ ਹੈ ਕਿ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਉਹਨਾਂ ਦੇ ਸਹਾਇਕ ਸਨ ਸ਼ਗਨਪ੍ਰੀਤ, ਉਹਦੇ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ। ਪੁਲਿਸ ਨੇ FIR ਵਿੱਚ ਹੁਣ ਉਹਦਾ ਨਾਮ ਵੀ ਦਰਜ ਕਰ ਦਿੱਤਾ ਹੈ। ਪੁਲਿਸ ਤੋਂ ਪਤਾ ਲੱਗਿਆ ਕਿ ਇਹ ਸਾਲ 6 ਅਪ੍ਰੈਲ ਨੂੰ ਉਹ ਵਿਦੇਸ਼ ਭੱਜ ਗਿਆ ਸੀ। ਸ਼ਗਨਪ੍ਰੀਤ ਸਿੰਘ ਨੇ ਤਿੰਨੇ ਕਾਤਲਾਂ ਨੂੰ ਬੀਤੇ ਸਾਲ 6 ਅਗਸਤ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਤੋਂ ਸਵਿਫਟ ਕਾਰ ਦੇ ਵਿੱਚ ਬਿਠਾ ਕੇ ਜਲਵਾਜੂ ਬਿਹਾਰ ਖਰੜ ਸਥਿਤ ਇੱਕ ਫਲੈਟ ਦੇ ਵਿੱਚ ਰਹਿਣ ਦਾ ਪ੍ਰਬੰਧ ਕਰਵਾਇਆ ਸੀ। ਇੱਥੋਂ ਤੱਕ ਕਿ ਵਿੱਕੀ ਮਿੱਡੂ ਖੇੜਾ ਦੇ ਘਰ ਦੀ ਰੇਕੀ ਕਰਵਾਈ ਸੀ। ਉਹਨਾਂ ਸ਼ੂਟਰਾਂ ਨੂੰ ਵਿੱਕੀ ਮਿੱਡੂ ਖੇੜਾ ਦੀਆਂ ਫੋਟੋਆਂ ਵੀ ਦਿਖਾਈਆਂ ਸੀ। ਪੁਲਿਸ ਨੇ ਵਾਰਦਾਤ ਵਿੱਚ ਵਰਤੀ I-20 ਕਾਰ ਹਰਿਆਣਾ ਤੋਂ ਬਰਾਮਦ ਕੀਤੀ ਹੈ। ਵਿੱਕੀ ਮਿੱਡੂ ਖੇੜਾ ਦੇ ਕਰੀਬੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਮਸ਼ਹੂਰ ਪੰਜਾਬੀ ਗਾਇਕ ਤੋਂ ਪੁੱਛਗਿੱਛ ਕਰ ਹੀ ਨਹੀਂ ਰਹੀ, ਜਦੋਂ ਕਿ ਉਹਦੇ PA ਨੂੰ ਇਸ ਵਕਤ FIR ਵਿੱਚ ਉਹਦਾ ਨਾਮ ਦਰਜ ਜ਼ਰੂਰ ਕਰ ਲਿਆ। ਉਹਨਾਂ ਨੇ ਦੱਸਿਆ ਕਿ ਸ਼ਗਨਪ੍ਰੀਤ ਅਤੇ ਪੰਜਾਬੀ ਗਾਇਕ ਦੋਵੇਂ ਇਸ ਸਾਲ 24 ਮਾਰਚ ਤੋਂ 2 ਅਪ੍ਰੈਲ ਤੱਕ ਦੁਬਈ ਵਿੱਚ ਸੀ ਅਤੇ ਦੋਵੇਂ 2 ਅਪ੍ਰੈਲ ਨੂੰ ਵਾਪਸ ਇੰਡੀਆ ਵੀ ਆਏ ਸੀ। ਸ਼ਗਨਪ੍ਰੀਤ 6 ਅਪ੍ਰੈਲ ਨੂੰ ਫਿਰ ਆਸਟ੍ਰੇਲੀਆ ਭੱਜ ਗਿਆ। ਪੁਲਿਸ ਦੇ ਅਨੁਸਾਰ ਸੱਜਣ ਅਤੇ ਅਨਿਲ ਕਾਰ ਰਾਹੀਂ ਦਿੱਲੀ ਅਤੇ ਹਰਿਆਣਾ ਦੇ ਵਿੱਚ ਮੋਸਟ ਵਾਂਟਡ ਜਿਹੜੇ ਗੈਂਗਸਟਰ ਸੀ ਉਹਨਾਂ ਦੇ ਵਿੱਚੋਂ ਇੱਕ ਨੇ। ਤੇ ਨਾਲ ਇਹ ਵੀ ਪਤਾ ਲੱਗਿਆ ਕਿ ਇਹਨਾਂ ਨੇ ਪੰਜਾਬੀ ਗਾਇਕ ਕਲਾਕਾਰ ਮਨਕੀਰਤ ਔਲਖ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਹੁਣ ਨਵੀਆਂ ਪਰਤਾਂ ਤਾਂ ਖੁੱਲੀਆਂ ਨੇ ਕਿ ਕਿਹਨਾਂ ਨੇ ਸ਼ਾਰਪ ਸ਼ੂਟਰ ਹਾਇਰ ਕੀਤੇ, ਕਿਹਨਾਂ ਨੇ ਵਿੱਕੀ ਮਿੱਡੂ ਖੇੜਾ ਦੇ ਘਰ ਦੀ ਰੇਕੀ ਕਰਵਾਈ, ਕਿਹਨਾਂ ਨੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਅਤੇ ਕਿਹਨੇ ਵਿੱਕੀ ਮਿੱਡੂ ਖੇੜਾ ਦੀਆਂ ਫੋਟੋਆਂ ਇਹਨਾਂ ਸ਼ਾਰਪ ਸ਼ੂਟਰਾਂ ਨੂੰ ਦਿਖਾਈਆਂ। ਪਰ ਹੁਣ ਵੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕੌਣ-ਕੌਣ ਫਸਦਾ ਹੈ ਤੇ ਕਦੋਂ ਪਰਿਵਾਰ ਨੂੰ ਇਨਸਾਫ ਮਿਲਦਾ ਹੈ। ਤੇ ਅਗਲੀ ਪਟਿਆਲਾ ਹਿੰਸਾ ਦੇ ਨਾਲ ਸੰਬੰਧਿਤ ਖਬਰ ਤੇ ਉਹਦੇ ਵਿੱਚ ਵੀ ਕੁਝ ਨਵੀਆਂ ਪਰਤਾਂ ਖੁੱਲੀਆਂ ਨੇ। 29 ਅਪ੍ਰੈਲ ਨੂੰ ਬੀਤੇ ਮਹੀਨੇ ਭਾਵ 29 ਤਰੀਕ ਨੂੰ ਪਟਿਆਲਾ ਦੇ ਵਿੱਚ ਇੱਕ ਹਿੰਸਕ ਘਟਨਾ ਵਾਪਰੀ ਹੈ। ਉਹਦੇ ਸੰਬੰਧ ਦੇ ਵਿੱਚ ਕੇਸ ਦਰਜ ਕੀਤਾ ਹੋਇਆ ਹੈ। ਦਰਜ ਕੇਸ ਦੇ ਵਿੱਚ ਕੁਝ ਸਿੱਖ ਤੇ ਕੁਝ ਹਿੰਦੂ ਕਾਰਕੁਨਾਂ ਨੂੰ ਨਾਮਜ਼ਦ ਕੀਤਾ ਸੀ। ਉੱਥੇ ਹੀ ਹੁਣ ਜਾਣਕਾਰੀ ਮਿਲੀ ਹੈ ਕਿ ਇੱਕ ਕੇਸ ਦੇ ਵਿੱਚ ਭਾਜਪਾ ਦੇ 2 ਕਾਰਕੁਨ ਨਾਮਜ਼ਦ ਕਰ ਦਿੱਤੇ ਗਏ ਹੈ। ਭਾਵੇਂ ਪੁਲਿਸ ਅਧਿਕਾਰੀ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕਰ ਰਹੇ, ਪਰ ਆਲਾ ਮਿਆਲੀ ਸੂਤਰਾਂ ਤੋਂ ਇਹ ਪਤਾ ਲੱਗਿਆ, ਜਾਣਕਾਰੀ ਇਹ ਮਿਲੀ ਹੈ ਕਿ ਇਹਨਾਂ ਵਿੱਚੋਂ ਇੱਕ ਕਾਰਕੁਨ ਭਾਜਪਾ ਦਾ ਬਕਾਇਦਾ ਅਹੁਦੇਦਾਰ ਵੀ ਹੈ। ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਜਦੋਂ ਇਹ ਪਟਿਆਲਾ ਦੇ ਵਿੱਚ ਹਿੰਸਕ ਝੜਪ ਹੋਈ ਸੀ, ਉਹਦੇ ਤੋਂ ਬਾਅਦ ਆਪ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਅਤੇ ਉਹਨਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਖਿਆ ਸੀ ਕਿ ਇਹ 2 ਧਰਮਾਂ ਦੇ ਲੋਕਾਂ ਦਾ ਮੁੱਦਾ ਨਹੀਂ, ਸਗੋਂ ਇਹ ਤਾਂ 2 ਸਿਆਸੀ ਪਾਰਟੀਆਂ ਦੀ ਲਾਈ ਹੋਈ ਅੱਗ ਦਾ ਨਤੀਜਾ ਹੈ। ਤੇ ਇਸ ਹਿੰਸਕ ਘਟਨਾ ਤੋਂ ਬਾਅਦ ਆਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਅਪਲੋਡ ਕਰਦਿਆਂ ਇਸ ਘਟਨਾ ਦੇ ਵਿੱਚ ਸਰਕਾਰ ਵਿਰੋਧੀ ਰਾਜਸੀ ਪਾਰਟੀਆਂ ਦਾ ਹੱਥ ਹੋਣ ਦੀ ਗੱਲ ਆਖੀ ਸੀ, ਜਿਨ੍ਹਾਂ ਨੇ ਆਪਣੇ ਕਾਰਕੁਨ ਭੇਜੇ ਅਤੇ 2 ਫਿਰਕਿਆਂ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਪੋਸਟ ਦੇ ਨਾਲ ਫੋਟੋਆਂ ਵੀ ਅਟੈਚ ਕੀਤੀਆਂ ਹੋਈਆਂ ਸੀ, ਜਿਨ੍ਹਾਂ ਚੋਂ ਇੱਕ ਦੇ ਵਿੱਚ ਕਾਰਕੁਨਾਂ ਦੀ ਭੀੜ ਦੇ ਵਿੱਚ ਮੌਜੂਦ ਇੱਕ ਨੌਜਵਾਨ ਦੇ ਹੱਥ ਵਿੱਚ ਨੰਗੀ ਤਲਵਾਰ ਸੀ ਅਤੇ ਇੱਕ ਹੋਰ ਕਾਰਕੁਨ ਉਸ ਦੇ ਨਾਲ ਹੀ ਖੜਾ ਨਜ਼ਰ ਆ ਰਿਹਾ ਸੀ ਅਤੇ ਫਿਰ ਇੱਕ ਹੋਰ ਫੋਟੋ ਵੀ ਨਾਲ ਪਾਈ ਹੋਈ ਸੀ ਤੇ ਇੱਕ ਨੌਜਵਾਨ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਦਾ ਉਸ ਫੋਟੋ 'ਚ ਦੇਖਿਆ ਜਾ ਸਕਦਾ ਹੈ। ਪਰ ਹਾਲੇ ਤੱਕ ਕਿਸੇ ਵੀ ਭਾਜਪਾ ਕਾਰਕੁਨ ਦੀ ਗ੍ਰਿਫਤਾਰੀ ਤਾਂ ਨਹੀਂ ਕੀਤੀ ਗਈ। ਪਰ ਜਾਣਕਾਰੀ ਮਿਲੀ ਹੈ ਕਿ ਘਟਨਾ ਵਾਲੇ ਸਥਾਨ ਦੇ ਨਾਲ ਸੰਬੰਧਿਤ ਕੁਝ ਇੱਕ ਫੋਟੋਆਂ, ਕੁਝ ਇੱਕ ਵੀਡੀਓਜ਼, ਉਹਨਾਂ ਦੇ ਹਵਾਲਿਆਂ ਦੇ ਨਾਲ ਪੁਲਿਸ ਪਹਿਲਾਂ ਤੋਂ ਜਿਹੜੇ ਕੇਸ ਦਰਜ ਕੀਤੇ ਹੋਏ ਨੇ ਉਹਨਾਂ ਦੇ ਵਿੱਚ ਮੁਲਜ਼ਮਾਂ ਦੀ ਗਿਣਤੀ ਵਧਾ ਰਹੀ ਹੈ ਤੇ ਉਸੇ ਕੜੀ ਦੇ ਤਹਿਤ ਆ 2 ਭਾਜਪਾ ਦੇ ਕਾਰਕੁਨ ਨਾਮਜ਼ਦ ਕੀਤੇ ਗਏ ਹੈ ਤੇ ਪਤਾ ਇਹ ਵੀ ਲੱਗਿਆ ਹੈ ਕਿ ਇਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਗ੍ਰਿਫਤਾਰ ਕੀਤਾ ਜਾਏਗਾ। ਹੁਣ ਜਦੋਂ ਪੁਲਿਸ ਤੋਂ ਇਸ ਮਾਮਲੇ 'ਚ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਇਹ ਗੱਲ ਜ਼ਰੂਰ ਆਖੀ ਹੈ ਕਿ ਇਸ ਮਸਲੇ ਦੇ ਵਿੱਚ ਕਿਸੇ ਬੇਕਸੂਰ ਨੂੰ ਟੰਗਿਆ ਨਹੀਂ ਜਾਊ,
ਕਿਸੇ ਬੇਕਸੂਰ ਦਾ ਨਾਮ ਪਰਚੇ 'ਚ ਸ਼ਾਮਲ ਨਹੀਂ ਕੀਤਾ ਜਾਊ, ਪਰ ਕਿਸੇ ਮੁਲਜ਼ਮ ਨੂੰ, ਕਿਸੇ ਦੋਸ਼ੀ ਨੂੰ ਬਖਸ਼ਿਆ ਵੀ ਨਹੀਂ ਜਾਣਾ, ਕਿਉਂਕਿ ਸੂਬਾ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਉਹ ਭਾਵੇਂ ਸਾਡੀ ਪਾਰਟੀ ਦਾ ਹੋਵੇ, ਭਾਵੇਂ ਕਿਸੇ ਹੋਰ ਪਾਰਟੀ ਦਾ ਹੋਵੇ, ਜਿਹਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਬਖਸ਼ਿਆ ਨਾ ਜਾਵੇ, ਉਹਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ। ਹੁਣ ਦੇਖੋ ਕਿ ਭਾਜਪਾ ਦੇ 2 ਕਾਰਕੁਨ ਨਾਮਜ਼ਦ ਕੀਤੇ ਗਏ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਕੁਝ ਹੋਰ ਪਰਤਾਂ ਖੁੱਲ੍ਹਣ ਤੇ ਤਸਵੀਰ ਧੁੰਦਲੀ ਆ ਜਿਹੜੀ ਉਹ ਲਗਾਤਾਰ ਸਾਫ਼ ਹੁੰਦੀ ਜਾ ਰਹੀ ਹੈ। ਹੁਣ ਕਿਸੇ ਮੁਲਕ ਦੀਆਂ ਸਭ ਤੋਂ ਵੱਡੀਆਂ ਏਜੰਸੀਆਂ ਹੁੰਦੀਆਂ ਨੇ, ਖੁਫੀਆ ਏਜੰਸੀਆਂ ਜਿਹੜੀਆਂ ਦੱਸਦੀਆਂ ਨੇ, ਤੇ ਇਸ ਮਸਲੇ ਦੇ ਵਿੱਚ ਵੀ ਖੁਫੀਆ ਏਜੰਸੀਆਂ ਨੇ ਦੱਸਿਆ ਹੈ ਕਿ ਅਸੀਂ ਪਹਿਲਾਂ ਦੱਸ ਦਿੱਤਾ ਸੀ ਕਿ ਆਹ ਕੁਝ ਹੋ ਸਕਦਾ ਹੈ, ਪਰ ਇਹਦੇ ਬਾਵਜੂਦ ਵੀ ਸਭ ਕੁਝ ਉਹ ਹੋ ਗਿਆ, ਜਿਸ ਕਰਕੇ ਪ੍ਰਸ਼ਾਸਨ ਦੇ ਉੱਤੇ ਸਵਾਲ ਉੱਠਣੇ ਲਾਜ਼ਮੀ ਨੇ। ਤੇ ਅਗਲੀ ਖਬਰ ਹੈ ਜਿਹੜੀ ਰਾ ਪਾਵਰ ਰਿਸਰਚ ਐਂਡ ਐਨਾਲਿਸਿਸ ਵਿੰਗ ਅਤੇ CBI, ਇਹ ਭਾਰਤ ਦੀਆਂ 2 ਵੱਡੀਆਂ ਖੁਫੀਆ ਏਜੰਸੀਆਂ ਨੇ ਤੇ ਖਬਰਾਂ ਨੇ ਕਿ ਇਹਨਾਂ ਦੇ ਵਿੱਚ ਹੁਣ ਚੋਟੀ ਦੇ ਜਿਹੜੇ ਅਹੁਦੇ ਨੇ ਉਹਨਾਂ ਦੇ ਵਿੱਚ ਬਦਲਾਅ ਕਰਨ ਦੀ ਸਰਕਾਰ ਨੇ ਤਿਆਰੀ ਕੀਤੀ ਹੈ, ਜਿਸ ਦੇ ਤਹਿਤ ਪ੍ਰਵੀਨ ਸਿਨਹਾ ਨੂੰ CBI ਦੇ ਸਪੈਸ਼ਲ ਡਾਇਰੈਕਟਰ ਦੇ ਰੂਪ ਵਿੱਚ 6 ਮਹੀਨੇ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਹੈ। ਸਿਨਹਾ 30 ਅਪ੍ਰੈਲ ਨੂੰ ਰਿਟਾਇਰ ਹੋਣ ਵਾਲੇ ਸੀ ਅਤੇ ਉਹਨਾਂ ਨੂੰ ਅੰਤਮ ਸਮੇਂ ਦੇ ਵਿੱਚ ਐਕਸਟੈਂਸ਼ਨ ਦਿੱਤੀ ਗਈ ਤੇ ਐਕਸਟੈਂਸ਼ਨ ਦੇ ਨਾਲ CBI ਨਿਰਦੇਸ਼ਕ ਸੁਬੋਧ ਕੁਮਾਰ ਜਾਇਸਵਾਲ, ਇਹਦੇ ਨਾਲ ਜਾਇਸਵਾਲ ਸਾਹਿਬ ਨੂੰ ਰਾਹ ਦੇ ਵਿੱਚ ਸ਼ਿਫਟ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਅਜਿਹੀ ਜਾਣਕਾਰੀ ਹੈ ਕਿ ਉਹਨਾਂ ਨੂੰ ਜੂਨ ਦੇ ਵਿੱਚ ਸਾਮੰਤ ਗੋਇਲ ਦੀ ਥਾਂ ਤੇ ਰਾਹ ਦਾ ਡਾਇਰੈਕਟਰ ਲਾਇਆ ਜਾ ਸਕਦਾ ਹੈ। ਸਾਮੰਤ ਗੋਇਲ ਦਾ ਵਧਾਇਆ ਗਿਆ ਕਾਰਜਕਾਲ ਵੀ ਆ ਜੂਨ ਮਹੀਨੇ 'ਚ ਪੂਰਾ ਹੋ ਜਾਣਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸਾਮੰਤ ਗੋਇਲ ਹੋਰਾਂ ਨੂੰ ਹੋਰ ਤਰੱਕੀ ਦਿੱਤੀ ਜਾਣੀ ਹੈ। ਉਹਨਾਂ ਨੂੰ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਰ ਡਿਪਟੀ NSA ਲਗਾਇਆ ਜਾ ਸਕਦਾ ਹੈ। ਇਹ ਅਹੁਦਾ ਇਸ ਵਕਤ ਕੁਝ ਸਮੇਂ ਤੋਂ ਖਾਲੀ ਪਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਦਰਅਸਲ ਸਾਮੰਤ ਗੋਇਲ ਦੇ ਕੰਮ ਤੋਂ ਡਾਢੇ ਖੁਸ਼ ਨੇ ਅਤੇ ਉਹਨਾਂ ਨੂੰ ਡਿਪਟੀ NSA ਲਗਾਇਆ ਜਾ ਸਕਦਾ ਹੈ। ਇਹ ਵੀ ਖਬਰ ਹੈ ਕਿ ਜਾਇਸਵਾਲ ਵੀ ਰਾਹ ਦੇ ਵਿੱਚ ਜਾ ਕੇ ਖੁਸ਼ ਹੋਣਗੇ, ਕਿਉਂਕਿ ਪਹਿਲਾਂ ਉਹ ਇੱਥੇ ਇਸ ਡਿਪਾਰਟਮੈਂਟ ਵਿੱਚ ਕੰਮ ਕਰ ਚੁੱਕੇ ਹੈ। ਇਹਦੇ ਤੋਂ ਇਲਾਵਾ ਉਹਨਾਂ ਨੂੰ 1 ਸਾਲ ਦਾ ਵਾਧੂ ਕਾਰਜਕਾਲ ਮਿਲ ਜਾਏਗਾ, ਕਿਉਂਕਿ CBI ਨਿਰਦੇਸ਼ਕ ਦੇ ਤੌਰ ਤੇ ਉਹਨਾਂ ਨੂੰ ਅਗਲੇ ਸਾਲ ਸ਼ੁਰੂ ਦੇ ਵਿੱਚ ਰਿਟਾਇਰ ਹੋਣਾ ਸੀ। ਹੁਣ ਉਹ 2 ਸਾਲ ਹੀ ਰਾਹ ਦੇ ਨਿਰਦੇਸ਼ਕ ਹੋਣਗੇ। ਗੁਜਰਾਤ ਕਾਡਰ ਦੇ IPS ਅਫਸਰ ਸਿਨਹਾ ਵੀ ਸਰਗਰਮ ਨੇ। ਪ੍ਰਧਾਨ ਮੰਤਰੀ ਮੋਦੀ CBI ਅਤੇ ਰਾਹ ਦੇ ਜਿਹੜੇ ਮੌਜੂਦਾ ਮੁਖੀ ਨੇ ਉਹਨਾਂ ਦੇ ਕੰਮ ਤੋਂ ਕਾਫੀ ਸੰਤੁਸ਼ਟ ਨੇ। ਇਸ ਲਈ ਇਹਨਾਂ ਤਿੰਨਾਂ ਅਧਿਕਾਰੀਆਂ ਨੂੰ ਨਵੀਆਂ ਭੂਮਿਕਾਵਾਂ ਵਿੱਚ ਸ਼ਾਮਲ ਕੀਤਾ ਜਾਏਗਾ। ਸਿਨਹਾ ਨੂੰ ਐਕਸਟੈਂਸ਼ਨ ਦੇਣ ਦਾ ਇੱਕ ਹੋਰ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਇੱਕ ਸਖਤ ਮੁਕਾਬਲੇ 'ਚ ਚੀਨ ਨੂੰ ਹਰਾ ਕੇ ਏਸ਼ੀਆ ਲਈ ਇੰਟਰਪੋਲ ਦੀ ਕਾਰਜਕਾਰੀ ਕਮੇਟੀ ਲਈ ਚੁਣਿਆ ਗਿਆ ਸੀ। ਜਦੋਂ ਇਸ ਵੱਡੇ ਵਕਾਰੀ ਅਹੁਦੇ ਤੇ ਚੁਣਿਆ ਗਿਆ ਹੋਵੇ, ਫਿਰ ਲੱਗਦਾ ਕਿ ਉਸ ਅਫਸਰ ਦੀਆਂ ਸੇਵਾਵਾਂ ਲੰਬੇ ਸਮੇਂ ਤੱਕ ਲਈਆਂ ਜਾਣ ਤੇ ਉਦੋਂ ਸਿਨਹਾ ਦੀ ਜਿੱਤ ਯਕੀਨੀ ਕਰਨ ਲਈ ਇਹ ਵੀ ਖਬਰਾਂ ਸੀ ਕਿ ਪ੍ਰਧਾਨ ਮੰਤਰੀ ਦਫ਼ਤਰ PMO ਅਤੇ ਵਿਦੇਸ਼ ਮੰਤਰਾਲੇ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ। ਇਹ ਮਹੱਤਵਪੂਰਨ ਅਹੁਦਾ 3 ਸਾਲ ਵਾਸਤੇ ਹੈ। ਜੇਕਰ ਸਿਨਹਾ ਰਿਟਾਇਰ ਹੋ ਜਾਂਦੇ ਹੈ ਤਾਂ ਭਾਰਤ ਨੂੰ ਇਹ ਅਹੁਦਾ ਗਵਾਉਣਾ ਪਏਗਾ। ਇਸ ਕਰਕੇ ਉਹ ਉਹਨਾਂ ਨੂੰ ਹਾਲੇ ਸੇਵਾ ਦੇ ਵਿੱਚ ਰੱਖਣਾ ਚਾਹੁੰਦੇ ਹੈ। ਅਗਲੀ ਜਿਹੜੀ ਖਬਰ ਹੈ, ਬੀਤੇ ਦਿਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਭਾਜਪਾ ਆਪਣੀ ਲਾਇਬਿਲਟੀ ਲਾਹ ਦੇਣਾ ਚਾਹੁੰਦੀ ਹੈ, ਪਰ ਹੁਣ ਉਹਦੇ ਬਿਲਕੁਲ ਉਲਟ ਜਾਣਕਾਰੀ ਮਿਲੀ ਹੈ ਤੇ ਇੱਕ ਮੀਟਿੰਗ ਦੇ ਵਿੱਚੋਂ ਮਿਲੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਆਗਾਮੀ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਆਉਣੀਆਂ ਨੇ ਉਹਨਾਂ ਦੀ ਪਾਰਟੀ ਅਤੇ ਭਾਜਪਾ ਇਕੱਠੇ ਹੋ ਕੇ ਲੜਨਗੇ। ਉਹਨਾਂ ਆਖਿਆ ਕਿ 2024 ਦੇ ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਇੱਕ ਅਹਿਮ ਤੇ ਮਜ਼ਬੂਤ ਪਾਰਟੀ ਚਾਹੀਦੀ ਹੈ, ਸਥਿਰ ਸਰਕਾਰ ਚਾਹੀਦੀ ਹੈ, ਕਿਉਂਕਿ ਸਰਕਾਰ ਮਜ਼ਬੂਤ ਹੋਵੇ ਮੁਲਕ ਤਾਂ ਤਰੱਕੀ ਕਰਦੇ ਹੈ। ਉਹਨਾਂ ਦਾ ਇਸ਼ਾਰਾ ਭਾਜਪਾ ਵੱਲ ਸੀ ਕਿ ਭਾਜਪਾ ਦੀ ਸਰਕਾਰ ਹੀ 24 ਵਿੱਚ ਵੀ ਚਾਹੀਦੀ ਹੈ। ਅਸਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਨਵੀਂ ਪਾਰਟੀ ਬਣਾਈ ਸੀ ਚੋਣਾਂ ਤੋਂ ਪਹਿਲਾਂ ਅਤੇ ਉਹਨਾਂ ਨੇ ਇਹ ਚੋਣਾਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਲੜੀਆਂ ਸੀ। ਹੁਣ PLC ਦੇ ਜਿਹੜੇ ਉਮੀਦਵਾਰ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ ਉਹਨਾਂ ਦੀ ਮੀਟਿੰਗ ਨੂੰ ਕੈਪਟਨ ਨੇ ਸੰਬੋਧਨ ਕੀਤਾ ਤੇ ਉਸੇ ਮੀਟਿੰਗ ਦੇ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਵੀ ਸ਼ਿਰਕਤ ਕੀਤੀ। ਕੈਪਟਨ ਨੇ PLC ਅਤੇ ਭਾਜਪਾ ਆਖਿਆ ਕਿ 4 ਨਿਗਮ ਜਿਸ ਦੇ ਵਿੱਚ ਲੁਧਿਆਣਾ ਹੈ, ਪਟਿਆਲਾ ਹੈ, ਅੰਮ੍ਰਿਤਸਰ ਅਤੇ ਜਲੰਧਰ ਸਾਂਝੇ ਤੌਰ ਤੇ ਇਹ ਨਿਗਮਾਂ ਦੀਆਂ ਚੋਣਾਂ ਲੜਨਗੇ
ਅਤੇ ਮੀਟਿੰਗ ਦੇ ਵਿੱਚ ਪੰਜਾਬ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਭਾਜਪਾ ਦੇ ਸੂਬਾਈ ਆਗੂਆਂ ਨੇ ਆਖਿਆ ਸੀ ਕਿ ਭਾਜਪਾ ਨਗਰ ਨਿਗਮ ਦੀਆਂ ਚੋਣਾਂ ਆਪਣੇ ਦਮਖਮ ਤੇ ਲੜੂ। ਉਹਨਾਂ ਨੇ ਇਹ ਵੀ ਆਖਿਆ ਸੀ ਕਿ 2024 ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਕਰ ਕੀਤਾ ਕਿ ਇੱਕ ਮਜ਼ਬੂਤ ਸਰਕਾਰ ਚਾਹੀਦੀ ਹੈ, ਉਹਨਾਂ ਆਖਿਆ ਕਿ ਅਕਾਲੀ ਤੇ ਕਾਂਗਰਸ ਇਹ ਤਾਂ ਹਾਸ਼ੀਏ ਤੇ ਨੇ, ਇਹ ਕਿਸੇ ਮੁਕਾਬਲੇ 'ਚ ਨਹੀਂ ਹੋਣੇ ਤੇ ਮੁਕਾਬਲੇ 'ਚ ਮੁੱਖ ਤੌਰ ਤੇ ਹੋਣਗੇ ਭਾਜਪਾ ਤੇ ਉਹਨਾਂ ਦੀ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਗੱਠਜੋੜ ਅਤੇ ਆਮ ਆਦਮੀ ਪਾਰਟੀ। ਪਰ ਇੱਥੇ ਗੱਲ ਹੈਰਾਨੀ ਵਾਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੀ ਹਲੇ ਵੀ ਜ਼ਮੀਨੀ ਸਥਿਤੀ ਨੂੰ ਭਾਂਪ ਨਹੀਂ ਰਹੇ। ਪਾਰਟੀ ਨਵੀਂ ਬਣਾਈ, ਬੜੀਆਂ ਉਮੀਦਾਂ ਸੀ, ਪਤਾ ਨਹੀਂ ਮੈਂ ਕਿਹੜਾ ਚੰਨ ਚਾੜ ਦੇਣਾ, ਵੱਡੇ ਵੱਡੇ ਦਾਅਵੇ ਕਰਦੇ ਸੀ, ਭਾਜਪਾ ਨਾਲ ਵੀ ਮਿਲ ਗਏ, ਨਾਲ ਢੀਂਡਸੇ ਵੀ ਆ ਗਏ ਸੀ, ਪਰ ਨਾ ਆਪਣੀ ਸੀਟ ਬਚਾ ਸਕੇ ਸੀ ਤੇ ਨਾ ਹੀ ਕੋਈ ਇਹਨਾਂ ਦੀ ਪਾਰਟੀ ਦਾ ਹੋਰ ਉਮੀਦਵਾਰ ਜਿੱਤਿਆ ਸੀ। ਹੁਣ ਇਹ ਚਰਚਾ ਨਵੀਂ ਜ਼ਰੂਰ ਛਿੜ ਗਈ ਹੈ ਕਿ ਕੀ ਸੱਚਮੁੱਚ ਆਗਾਮੀ ਨਗਰ ਨਿਗਮਾਂ ਇਕੱਠੇ ਲੜਨਗੇ। ਪਰ ਇਸ ਮੀਟਿੰਗ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਸੀ ਉਹਦੇ ਉੱਤੇ ਵੀ ਚਰਚਾ ਕੀਤੀ ਗਈ, ਪਰ ਕਾਰਗੁਜ਼ਾਰੀ ਇਹਨਾਂ ਦੀ ਪਾਰਟੀ ਦੀ ਬੇਹੱਦ ਨਿਰਾਸ਼ਾਜਨਕ ਰਹੀ ਸੀ। ਅਗਲੀ ਜਿਹੜੀ ਖਬਰ ਹੈ ਉਹ ਡਰੱਗ ਮਾਮਲੇ ਦੇ ਨਾਲ ਸੰਬੰਧਿਤ ਖਬਰ ਹੈ ਅਤੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਨਾਲ ਸੰਬੰਧਿਤ ਖਬਰ ਹੈ। ਪੰਜਾਬ ਪੁਲਿਸ ਨੇ ਫਿਰੋਜ਼ਪੁਰ ਦੇ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਹੈ। ਫਿਰੋਜ਼ਪੁਰ ਪੁਲਿਸ ਨੇ ਸਾਬਕਾ ਡਿਪਟੀ ਇੰਸਪੈਕਟਰ ਜਨਰਲ ਜੇਲ੍ਹਾਂ ਲਖਮਿੰਦਰ ਸਿੰਘ ਜਾਖੜ ਅਤੇ ਸੁਖਦੇਵ ਸਿੰਘ ਸੱਗੂ ਦੇ ਖਿਲਾਫ NDPS ਦੀਆਂ ਜਿਹੜੀਆਂ ਧਾਰਾਵਾਂ ਨੇ ਉਹਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਦੱਸਣਾ ਬਣਦਾ ਹੈ ਕਿ ਡਰੱਗ ਰਿਕਵਰੀ ਦੇ ਵਿੱਚ ਘੁਟਾਲਾ ਸੀ। 4 ਦਿਨ ਪਹਿਲਾਂ ਪੰਜਾਬ ਦੇ DGP ਨੇ ਹੁਕਮ ਦਿੱਤੇ, ਪਰ ਹੁਕਮ ਸੋਧ ਕੇ ਦਿੱਤੇ ਸੀ। ਇਹਨਾਂ ਸੋਧੇ ਹੋਏ ਹੁਕਮਾਂ ਦੇ ਅਨੁਸਾਰ ਇਹਨਾਂ ਦੇ ਉੱਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਵਾਂ ਅਧਿਕਾਰੀਆਂ ਤੇ ਦੋਸ਼ ਨੇ ਕਿ ਇਹਨਾਂ ਨੇ ਜੇਲ੍ਹ ਦੇ ਵਿੱਚ ਬਰਾਮਦ ਨਸ਼ੀਲੇ ਪਦਾਰਥਾਂ ਨੂੰ ਆਪਣੇ ਪੱਧਰ ਤੇ ਨਜਿੱਠ ਲਿਆ, ਆਪਣੇ ਪੱਧਰ ਤੇ ਨਿਬੇੜਤਾ ਤੇ ਆਪਣੇ ਤੋਂ ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਨੂੰ ਇਹਦੀ ਕੋਈ ਉਗ ਸੁੱਖ ਦਿੱਤੀ ਉਹ ਨਹੀਂ, ਕੋਈ ਜਾਣਕਾਰੀ ਪੁੱਛਦੀ ਉਹ ਨਹੀਂ ਕੀਤੀ। ਸਾਬਕਾ ਉੱਚ ਅਧਿਕਾਰੀਆਂ ਦੇ ਖਿਲਾਫ IPC ਦੀ ਧਾਰਾ 120B 409 216 ਅਤੇ NDPS ਐਕਟ ਦੀਆਂ ਧਾਰਾਵਾਂ ਨੇ 18 21 25 ਅਤੇ 27A, ਐਕਸਾਈਜ਼ ਐਕਟ ਦੀਆਂ ਧਾਰਾਵਾਂ ਨੇ 61 ਅਤੇ ਭ੍ਰਿਸ਼ਟਾਚਾਰ ਐਕਟ ਦੀ ਧਾਰਾ 131 ਦੀ ਉਪ ਧਾਰਾ 1A ਇਹਨਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਜਾਂਚ ਕੀਤੀ ਸੀ। FIR ਵਿੱਚ ਦਰਜ ਹੈ ਕਿ ਜੇਲ੍ਹ ਵਿਚਲੇ ਜਿਹੜੇ ਨਸ਼ੀਲੇ ਪਦਾਰਥ ਮਿਲੇ ਉਹਨਾਂ ਦੀ ਗਿਣਤੀ ਸੀ, ਜਿਹੜੇ ਕੇਸ 241 ਮਾਮਲੇ ਸੀ। ਮੋਬਾਈਲ ਫੋਨ ਵੀ ਬਰਾਮਦ ਹੋਏ, ਪਰ 241 ਮਾਮਲਿਆਂ ਦੀ ਇਹਨਾਂ ਨੇ ਉੱਚ ਅਧਿਕਾਰੀਆਂ ਤੱਕ ਕੋਈ ਜਾਣਕਾਰੀ ਦਿੱਤੀ ਨਹੀਂ। ਜਾਖੜ ਤੇ ਸੱਗੂ ਨੇ ਸਿਰਫ ਇੱਕ ਮਾਮਲੇ 'ਚ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤੇ ਬਾਕੀ ਆਪ ਹੀ ਨਿਬੇੜਤੇ। ਜਿਹੜੇ ਇਹ ਮਾਮਲੇ ਹੈ 2005 ਤੋਂ ਲੈ ਕੇ 2011 ਦੇ ਵਿਚਕਾਰ ਦੇ ਨੇ। ਉਸ ਵਕਤ ਇਹ ਦੋਵੇਂ ਫਿਰੋਜ਼ਪੁਰ ਜੇਲ੍ਹ ਦੇ ਸੁਪਰਡੈਂਟ ਵਜੋਂ ਤਾਇਨਾਤ ਰਹੇ ਹੈ। ਪੰਜਾਬ ਦੇ DGP ਨੇ 6 ਅਪ੍ਰੈਲ ਨੂੰ ਦੋਵਾਂ ਦੇ ਵਿਰੁੱਧ FIR ਦਰਜ ਕਰਤੇ ਹੁਕਮ ਦੇ ਦਿੱਤੇ ਸੀ, ਪਰ ਮੁਲਜ਼ਮਾਂ ਨੇ ਆਖਿਆ ਸੀ ਕਿ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ। ਇਹਦੇ ਤੇ DGP ਨੇ ਫਾਈਲ ਵਾਪਸ ਮੰਗਵਾਈ ਤੇ ਹੁਣ ਸੋਧ ਕੇ ਹੁਕਮ ਜਿਹੜੇ ਦਿੱਤੇ ਨੇ, ਸੋਧੇ ਹੋਏ ਹੁਕਮਾਂ ਦੇ ਅਨੁਸਾਰ 29 ਅਪ੍ਰੈਲ ਨੂੰ ਇਹ ਹੁਕਮ ਜਾਰੀ ਕੀਤੇ ਗਏ। ਫਿਰੋਜ਼ਪੁਰ ਪੁਲਿਸ ਨੇ 6 ਅਪ੍ਰੈਲ ਦੇ ਹੁਕਮਾਂ ਮੁਤਾਬਕ ਕਾਰਵਾਈ ਕਰਨ ਲਈ ਕਿਹਾ ਗਿਆ। ਫਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਕੇਸ ਦਰਜ ਨਹੀਂ ਸੀ ਕੀਤਾ ਗਿਆ ਕਿਉਂਕਿ ਮੁਲਜ਼ਮ ਜੇਲ੍ਹ ਅਧਿਕਾਰੀਆਂ ਨੇ ਸੀਨੀਅਰ ਅਧਿਕਾਰੀਆਂ ਦੇ ਅੱਗੇ ਆਪਣਾ ਪੱਖ ਰੱਖਣਾ ਸੀ, ਪਰ ਹੁਣ ਨਵੇਂ ਹੁਕਮਾਂ ਦੇ ਮੁਤਾਬਕ FIR ਦਰਜ ਕੀਤੀ ਗਈ ਹੈ। ਇਹਦੇ ਤੋਂ ਪਹਿਲਾਂ ਸ਼ਿਕਾਇਤਕਰਤਾ ਕਰਮਜੀਤ ਸਿੰਘ ਭੁੱਲਰ ਦੱਸਣਾ ਬਣਦਾ ਹੈ ਕਿ ਇਸ ਵਕਤ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਸਹਾਇਕ ਸੁਪਰਡੈਂਟ ਵਜੋਂ ਤਾਇਨਾਤ ਨੇ। ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕਰਕੇ FIR ਵਿੱਚ ਦੇਰੀ ਦਾ ਮੁੱਦਾ ਚੁੱਕਿਆ ਸੀ ਤੇ ਦਖਲ ਦੀ ਮੰਗ ਵੀ ਕੀਤੀ ਸੀ। ਹਾਈ ਕੋਰਟ ਨੇ 28 ਅਪ੍ਰੈਲ ਨੂੰ ਪੰਜਾਬ ਪੁਲਿਸ ਤੋਂ ਜਵਾਬ ਵੀ ਮੰਗਿਆ ਸੀ ਤੇ ਦੂਸਰੇ ਪਾਸੇ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਸੀ। ਉਹਨਾਂ ਆਖਿਆ ਸੀ ਕਿ ਸਾਬਕਾ DIG ਜਾਖੜ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਨੇੜੇ ਨੇ, ਇਸ ਕਰਕੇ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰ ਰਹੀ। ਤੇ ਦੂਸਰੇ ਪਾਸੇ ਮੁਲਜ਼ਮਾਂ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਉਹਨਾਂ ਨੇ ਜਿਹੜੇ ਇਹ ਕੇਸ ਆਪਣੇ ਪੱਧਰ ਤੇ ਨਜਿੱਠੇ ਜਾਂ ਨਿਬੇੜੇ ਕਿਉਂਕਿ ਉਹਨਾਂ ਦੀ ਮਿਕਦਾਰ ਬਹੁਤ ਥੋੜੀ ਸੀ,
ਇਸ ਕਰਕੇ ਜੇਲ੍ਹ ਮੈਨੂਅਲ ਤਹਿਤ ਮਿਲੀਆਂ ਤਾਕਤਾਂ ਦੇ ਮੁਤਾਬਕ ਉਹਨਾਂ ਨੇ ਕਾਰਵਾਈ ਪਾਈ ਸੀ। ਜਾਂ ਹੁਣ ਸਾਬਕਾ ਪੁਲਿਸ ਅਫਸਰ ਆਖਾਂ, ਸਾਬਕਾ ਪੁਲਿਸ ਅਫਸਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ, ਕਿਉਂਕਿ ਪੰਜਾਬ ਦੇ ਜੇਲ੍ਹ ਮੰਤਰੀ ਨੇ ਵੀ ਆਖਿਆ ਕਿ ਜੋ ਕੁਝ ਪਹਿਲਾਂ ਹੁੰਦਾ ਰਿਹਾ ਸੀ ਹੁਣ ਨਹੀਂ ਹੋਣ ਦੇਣਾ। ਜੇਲ੍ਹ ਦੇ ਵਿੱਚ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਨਸ਼ਾ, ਉਹਦੀ ਸਪਲਾਈ ਜਾਂ ਮੋਬਾਈਲ ਜਾਂ ਸਿਮ ਜਾਂ ਬੈਟਰੀਆਂ ਮਿਲਦੀਆਂ ਨੇ, ਜਿਹੜੀ ਜੇਲ੍ਹ ਚੋਂ ਮਿਲੀਆਂ ਉਸ ਜੇਲ੍ਹ ਦੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਜਿਨ੍ਹਾਂ ਕੋਲੋਂ ਫੜੀਆਂ ਗਈਆਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਤੇ ਆ ਇੱਕ ਹੋਰ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਘੁਟਾਲਾ ਸੱਚਮੁੱਚ ਬਹੁਤ ਹੈਰਾਨੀਜਨਕ ਹੈ। ਤੁਸੀਂ ਹੈਰਾਨ ਹੋਵੋਗੇ ਕਿ ਸਰਕਾਰਾਂ ਬਹੁਤ ਸਾਰੇ ਨਵੀਆਂ ਸਕੀਮਾਂ ਦੇ ਐਲਾਨ ਕਰਦੀ ਹੈ, ਪਰ ਉਹ ਸਕੀਮਾਂ ਨਿਕਲਦੀਆਂ ਕਿਹੋ ਜਿਹੇ ਨੇ, ਬੋਗਸ ਕਿਵੇਂ ਹੁੰਦੀਆਂ ਨੇ। ਸਾਲ 2021 ਦੇ ਸਤੰਬਰ ਮਹੀਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਖਿਆ ਕਿ ਜਿਨ੍ਹਾਂ ਲੋਕਾਂ ਕੋਲ ਸਿਰ ਤੇ ਛੱਤ ਨਹੀਂ, ਘਰਾਂ ਤੋਂ ਬਗੈਰ ਰਹਿ ਰਹੇ ਹੈ, ਉਹਨਾਂ ਨੂੰ 5 ਮਰਲੇ ਦੇ ਪਲਾਟ ਦਿਓ। ਇਹ ਇੱਕ ਸਕੀਮ ਸ਼ੁਰੂ ਕੀਤੀ। ਇਸ ਸਕੀਮ ਦੇ ਤਹਿਤ 5 ਮਰਲੇ ਜ਼ਮੀਨ ਸਿਰਫ ਉਸ ਵਿਅਕਤੀ ਨੂੰ ਦਿੱਤੀ ਜਾ ਸਕਦੀ ਸੀ ਜਿਹਦੇ ਕੋਲੇ ਰਹਿਣ ਵਾਸਤੇ ਕੋਈ ਆਪਣਾ ਘਰ ਨਾ ਹੋਵੇ, ਆਪਣਾ ਦਰ ਨਾ ਹੋਵੇ, ਅਤੇ ਨਾਲ ਲਾਜ਼ਮੀ ਸ਼ਰਤ ਇਹ ਵੀ ਸੀ ਕਿ ਉਹ ਵਸਿੰਦਾ ਪੰਜਾਬ ਦਾ ਹੋਣਾ ਲਾਜ਼ਮੀ ਹੈ, ਉਹ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਸੀ। ਇਸ ਸਕੀਮ ਦੇ ਤਹਿਤ ਜਲੰਧਰ ਜ਼ਿਲ੍ਹੇ ਦੇ ਵਿੱਚ 23,000 ਤੇ 85 ਲੋਕਾਂ ਨੇ ਅਰਜ਼ੀਆਂ ਦਿੱਤੀਆਂ ਤੇ ਉਹ ਅੰਕੜਾ ਹੈ ਜਿਨ੍ਹਾਂ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਇਸ ਸਕੀਮ ਦੇ ਤਹਿਤ ਅਪਲਾਈ ਕੀਤਾ ਕਿ ਉਹਨਾਂ ਕੋਲ ਕੋਈ ਮਕਾਨ ਨਹੀਂ, ਆਰਥਿਕ ਸਥਿਤੀ ਉਹਨਾਂ ਦੀ ਮਾੜੀ ਹੈ। ਜਾਂਚ ਕੀਤੀ ਗਈ ਤਾਂ ਪਹਿਲੀ ਨਜ਼ਰੇ 18,384 ਲੋਕ ਅਯੋਗ ਪਾਏ ਗਏ, ਭਾਵ ਉਹਨਾਂ ਦੀ ਆਰਥਿਕ ਸਥਿਤੀ ਵੀ ਠੀਕ ਸੀ ਤੇ ਉਹਨਾਂ ਕੋਲ ਆਪਣੇ ਪਹਿਲਾਂ ਘਰ ਵੀ ਸੀ। ਇਸ ਸਕੀਮ ਦੇ ਤਹਿਤ ਸਿਰਫ 4700 ਤੇ 1 ਲੋਕ ਚੁਣੇ ਗਏ ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਵੀ ਮਿਲਿਆ। ਇਸ ਸਕੀਮ ਦਾ ਲਾਭ ਮੈਂ ਫਿਰ ਦੱਸ ਦਿਆਂ ਕਿ ਉਸ ਵਿਅਕਤੀ ਨੂੰ ਦਿੱਤਾ ਜਾ ਸਕਦਾ ਸੀ ਜਿਹਦੇ ਕੋਲ ਆਪਣਾ ਘਰ ਨਾ ਹੋਵੇ ਤੇ ਜਿਹਦੀ ਆਰਥਿਕ ਸਥਿਤੀ ਮਾੜੀ ਹੋਵੇ, ਆਰਥਿਕ ਸਥਿਤੀ ਕਮਜ਼ੋਰ ਹੋਵੇ। ਇਸ ਸਕੀਮ ਦੇ ਤਹਿਤ ਅਪਲਾਈ ਕਰਨ ਵਾਲੇ ਲੋਕਾਂ ਵਿੱਚੋਂ ਬਹੁਤ ਸਾਰੇ ਉਹ ਲੋਕ ਵੀ ਨਿਕਲੇ ਜਿਹੜੇ ਸਿਆਸੀ ਪਾਰਟੀਆਂ ਦੇ ਨਾਲ ਸੰਬੰਧਿਤ ਸੀ, ਪਰ ਪੜਤਾਲ ਦੇ ਦੌਰਾਨ 5,000 ਦੇ ਕਰੀਬ ਅਜਿਹੇ ਲੋਕਾਂ ਨੇ ਸਕੀਮ ਦੇ ਤਹਿਤ ਗਲਤ ਅਰਜ਼ੀਆਂ ਦਿੱਤੀਆਂ ਸੀ। ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਕਾਰਕੁਨ ਸਨ। ਸਤੰਬਰ 2021 ਵਿੱਚ ਸ਼ੁਰੂ ਕੀਤੀ ਗਈ ਸਕੀਮ ਦੇ ਵਿੱਚ ਪੰਜਾਬ ਸਰਕਾਰ ਨੇ ਜਲੰਧਰ ਜ਼ਿਲ੍ਹੇ ਦੇ 890 ਪਿੰਡਾਂ ਦੇ ਵਿੱਚ 10-10 ਪਲਾਟ ਭਾਵ 9900 ਦੇ ਕਰੀਬ ਪਲਾਟ ਇਹ ਰੱਖ ਲਏ, ਰਾਖਵੇਂ ਕੀਤੇ, ਘੱਟ ਦਿੱਤੇ। ਤੇ ਇਹਦੇ ਨਾਲ ਹੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਹਰਜਿੰਦਰ ਸਿੰਘ ਸੰਧੂ ਹੋਰਾਂ ਨੇ ਦੱਸਿਆ ਕਿ ਹਾਲੇ ਤੱਕ ਇਸ ਸਕੀਮ ਦੇ ਵਿੱਚ ਨਵੇਂ ਦਿਸ਼ਾ ਨਿਰਦੇਸ਼ ਤਾਂ ਨਹੀਂ ਆਏ, ਪਰ ਅਸੀਂ ਆਪਣੇ ਜ਼ਿਲ੍ਹੇ ਦੀ ਰਿਪੋਰਟ ਤਿਆਰ ਕਰਕੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਕਿੰਨੇ ਵੱਡੇ ਪੱਧਰ ਤੇ ਘੁਟਾਲਾ। ਰਿਪੋਰਟ ਦੇ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 1663 ਦੇ ਵਿੱਚੋਂ ਕੁੱਲ 1663 ਦੇ ਵਿੱਚੋਂ 1637 ਕੇਸ ਫਰਜ਼ੀ ਨਿਕਲੇ ਨੇ। ਹੁਣ ਸਰਕਾਰ ਇਹ ਵੀ ਦੱਸਦੀ ਹੈ ਕਿ 1663 ਦੇ ਵਿੱਚੋਂ ਜੇ 1637 ਕੇਸ ਫਰਜ਼ੀ ਹੈ ਕਿ ਅਸੀਂ ਜਿਹੜੇ ਵੀ ਮਹਿਕਮੇ ਦੀ ਜਿਹੜੀ ਵੀ ਫਾਈਲ ਚੁੱਕਦੇ ਹਾਂ, ਜਿਹਦੇ ਤੋਂ ਵੀ ਗਰਦ ਝਾੜਦੇ ਹਾਂ, ਉਹਦੇ ਵਿੱਚ ਅਣਗਹਿਲੀਆਂ ਨੇ, ਉਹਦੇ ਵਿੱਚ ਬੇਨਿਯਮੀਆਂ ਨੇ, ਉਹਦੇ ਵਿੱਚ ਘਪਲੇ ਨੇ, ਉਹਦੇ ਵਿੱਚ ਘੁਟਾਲੇ ਨੇ। ਸੋ ਇਹ ਵੇਖ ਲਓ ਕਿ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਜਾਂ ਕਿੰਨੇ ਕੁ ਚੰਗੇ ਤਰੀਕੇ ਨਾਲ, ਸੁਚਾਰੂ ਤਰੀਕੇ ਨਾਲ ਰਾਜ ਪ੍ਰਬੰਧ ਚਲਾਉਂਦੇ ਰਹੇ। ਵੇਖਦੇ ਹਾਂ ਕਿ ਆਹ ਕੁਝ ਚੰਗਾ ਕਰਦੇ ਆ ਜਾਂ ਇਹ ਵੀ ਪਿਛਲਿਆਂ ਦੀ ਪੈੜ ਦੇ ਵਿੱਚ ਪੈਰ ਰੱਖ ਲੈਣਗੇ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।